ਹਾਲੇਲੂਇਆ। प्रभु यीशु मसीह का नाम दे सब प्रभु के बेटियों ਨੂੰ सब प्रभु के बेटे ਨੂੰ जम सकी। प्रभु यीशु मसीह का ਅਸੀਂ ਧੰਨਵਾਦ ਕਰਦੇ ਹਾਂ ਕਿ ਸਾਡੇ ਪ੍ਰਭੂ ਨੇ ਆਪਣੇ ਮਹਾਨ ਗੁਪਤ ਭੇਤਾਂ ਨੂੰ ਆਪਣੀ ਮਸੀਹੀ ਦੀ ਦੁਲਹਨ ਉੱਤੇ ਸਾਡੇ ਖੁਦਾ ਨੇ ਪ੍ਰਗਟ ਕੀਤਾ। ਆਮੇਨ ਆਮੇਨ। ਇਹਦੇ ਲਈ ਅਸੀਂ ਆਪਣੇ ਪ੍ਰਭੂ ਯੀਸ਼ੂ ਦੇ ਧੰਨਵਾਦੀ ਹਾਂ। ਹਾਲੇਲੂਇਆ। ਪ੍ਰਭੂ ਨੇ ਆਪਣੇ ਅਨੁਗ੍ਰਹ ਦੇ ਦੁਆਰਾ ਸਾਨੂੰ ਜੀਵਨ ਦਿੱਤਾ। ਆਮੇਨ। ਔਰ ਸਾਨੂੰ अपनी देही का हिस्सा बनाया। हालेलुया। इस लिए ਅਸੀਂ ਆਪਣੇ ਪ੍ਰਭੂ ਯੀਸ਼ੂ ਮਸੀਹ ਨੂੰ ਮਹਿਮਾ ਦਿੰਦੇ ਹਾਂ। ਆਮੇਨ। ਆਓ ਪ੍ਰਭੂ ਦੇ ਪਵਿੱਤਰ ਕਲਾਮ ਚ ਅਸੀਂ ਪੜਾਂਗੇ ਗਲਾਤੀਆ ਦੀ ਕਿਤਾਬ ਉਸ ਦਾ 4 ਅਧਿਆਇ। ਪ੍ਰਭੂ ਦਾ ਪਵਿੱਤਰ ਵਚਨ ਅਸੀਂ ਪੜ ਰਹੇ ਹਾਂ ਗਲਾਤੀਆ ਦੀ ਕਿਤਾਬ ਉਸ ਦਾ 4 ਅਧਿਆਇ ਔਰ ਉਹਦੀ 1 ਆਇਤ ਤੋਂ ਪ੍ਰਭੂ ਦੇ ਕਲਾਮ ਚ ਪੜਦੇ ਹਾਂ। ਬਾਈਬਲ ਵਿੱਚ ਲਿਖਿਆ ਗਲਾਤੀਆ 4:1 ਹੁਣ ਮੈਂ ਆਖਦਾ ਹਾਂ ਭਈ ਅਧਿਕਾਰੀ ਜਿੰਨਾ ਚਿਰ ਬਾਲਕ ਹੈ ਉਸ ਵਿੱਚ ਅਤੇ ਗੁਲਾਮ ਵਿੱਚ ਕੁਝ ਭਿੰਨ ਭੇਦ ਨਹੀਂ, ਭਾਵੇਂ ਉਹ ਸਭ ਦਾ ਮਾਲਿਕ ਹੈ। ਪਰ ਉਸ ਮਿਆਦ ਤੀਕ ਜੋ ਪਿਤਾ ਨੇ ਪਹਿਲਾਂ ਠਹਿਰਾਈ ਹੈ ਸਰਬਰਾਹਾਂ ਅਤੇ ਮੁਖਤਿਆਰਾਂ ਦੇ ਮਤਹਿਤ ਹੈ। ਤਿਵੇਂ ਅਸੀਂ ਵੀ ਜਦ ਬਾਲਕ ਸਾਂ ਤਦ ਸੰਸਾਰੀ ਮੂਲ ਗੱਲਾਂ ਦੇ ਬੰਧਨ ਵਿੱਚ ਸਾਂ, ਪਰ ਜਦ ਸਮਾਂ ਪੂਰਾ ਹੋਇਆ ਤਾਂ ਪਰਮੇਸ਼ਵਰ ਨੇ ਆਪਣੇ ਪੁੱਤਰ ਨੂੰ ਘੱਲਿਆ ਜਿਹੜਾ ਤੀਵੀਂ ਤੋਂ ਜੰਮਿਆ ਅਤੇ ਸ਼ਰ੍ਹਾ ਦੇ ਮਤਹਿਤ ਜੰਮਿਆ। ਇਸ ਲਈ ਜੋ ਮੁੱਲ ਦੇ ਕੇ ਉਹਨਾਂ ਨੂੰ ਜਿਹੜੇ ਸ਼ਰ੍ਹਾ ਦੇ ਮਤਹਿਤ ਹਨ ਛੁਡਾਵੇ, ਪਹਿਲ ਪਾਲਕ ਪੁੱਤਰ ਹੋਣ ਦੀ ਪਦਵੀ ਸਾਨੂੰ ਪ੍ਰਾਪਤ ਹੋਵੇ। छोटी दुआ करते हैं। महान सच्चे जीवित परमेश्वर, मेरे राजाओं के राजा और प्रभुओं के प्रभु, तू जिंदा खुदा सर्वशक्तिमान परमेश्वर, मेरा पवित्र प्रभु है। वो मेरे दिला के परमेश्वर तेरी हुजूरी बिचा के मैं प्रार्थना करता है, तेरे बेनती करता प्रभु है तक कलाम तो उस जगह बोल, मैं तेरे उत्ते डिपेंड तेरे उत्ते निर्भर हाँ प्रभु यीशु मसीह। तुमने बोले अपनी शक्ति अपने सामर्थ्य दे और प्रभु तेरा प्रकाशन इस जगह से उतरे, तेरा पवित्र आत्मा आवे और प्रभु यीशु मसीह तेरा कलाम मेरे जीवन में काम करे। दुआ यीशु नाम से मांगे आमीन। हालेलुया 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 हालेलुया। प्रभु यीशु मसीह दे जीवित नाम दी महिमा आमीन आमीन आमीन। ਅਸੀਂ ਗੱਲ ਕਰ ਰਹੇ ਆਪਣੇ ਪਵਿੱਤਰ ਪ੍ਰਭੂ ਯੀਸ਼ੂ ਮਸੀਹ ਦੇ ਸਵਰਗੀ ਕਲਾਮ ਪਵਿੱਤਰ ਵਚਨ ਦੇ ਉੱਤੇ ਔਰ ਪ੍ਰਭੂ ਯੀਸ਼ੂ ਮਸੀਹ ਦਾ ਪਵਿੱਤਰ ਵਚਨ ਪਰਮੇਸ਼ਵਰ ਹੈ, ਕਿਉਂਕਿ ਬਾਈਬਲ ਦੱਸਦੀ ਹੈ ਕਿ ਸਾਰੀ ਲਿਖਤ ਪਰਮੇਸ਼ਵਰ ਦੇ ਆਤਮਾ ਦੇ ਦੁਆਰਾ ਹੈ। ਆਮੀਨ। ਸਾਰੀ ਲਿਖਤਾਂ ਨੂੰ ਸਾਰੀ ਬਾਈਬਲ ਨੂੰ पवित्र आत्मा की प्रेरणा के द्वारा लिखाया गया। आमीन। और पवित्र आत्मा के नाल इंसान भरे जिन्हों ने प्रभु यीशु मसीह के पवित्र कलाम नू लिखिया और एक एक शब्द प्रेरणा के नाल लिखिया गया। आमीन। एक एक शब्द विच अनंत जीवन है। इस पूरी बाइबल हर एक वाक के अंदर प्रभु का जीवन है और क्योंकि जीवन खुदा है, प्रभु है, उसका वचन है और प्रभु का वचन जेड़ा है जो नेचावान सुनता है और ये वचन उस विश्वासी दे जीवन में बेदारी दिंदा है। प्रभु का कलाम उसकी जिंदगी नूं तब्दील करता है और कौन तब्दील करता है? प्रभु यीशु का वचन। आमीन। हालेलुया। और सानू जरूरत है कि असी तब्दील होइए। आमीन। क्योंकि जदों इंसान दा जन्म हुंदा है और जन्म वल्लों ही पापी है, जन्म तो ही पापी हुंदा है, क्योंकि जेड़ा गुनाह आदम और ओदी पत्नी कोल होया ओदा श्राप सारी ही मनुख जाति उत्ते है और मनुख जाति उत्ते जदों श्राप है ते ओ जन्म दे द्वारा ही इंसान पापी है, जन्म दे वेले ही इंसान गुनेगार है और ओदे वजह दे नाल इंसान नू सदा ही उन्हें नरक विच ही जाना सी। पर धन्नवाद है साडे प्रभु यीशु मसीह दा और उहदे महान परमेश्वर दे प्यार दा कि साडे दरम्यान पाप और साडे दरम्यान प्रभु यीशु मसीह आया, उसका पवित्र बलिदान, उसका पवित्र लहू और उस प्रभु यीशु मसीह दा पवित्र लहू दे कारण असी बचाए गए।
ਉਹਦੇ ਲਹੂ ਦੇ ਦੁਆਰਾ ਸਾਨੂੰ ਛੁਟਕਾਰਾ ਮਿਲਿਆ। ਹਾਲੇਲੂਇਆ। ਉਸ ਪ੍ਰਭੂ ਯਿਸੂ ਮਸੀਹ ਦੇ ਲਹੂ ਦੇ ਦੁਆਰਾ ਸਾਨੂੰ ਨਵੀਂ ਜ਼ਿੰਦਗੀ ਮਿਲੀ। ਔਰ ਪ੍ਰਭੂ ਦਾ ਵਚਨ ਜੋ ਉਸ ਪ੍ਰਭੂ ਨੇ ਸਾਡੇ ਨਾਲ ਪਿਆਰ ਕੀਤਾ ਕਿ ਆਪਣਾ ਵਚਨ ਸਾਡੇ ਉੱਤੇ ਪ੍ਰਗਟ ਹੋਣ ਦਿੱਤਾ। ਆਪਣੇ ਵਚਨ ਨੂੰ ਪ੍ਰਭੂ ਨੇ ਸਾਡੇ ਉੱਤੇ ਖੋਲਿਆ। ਹੁਣ ਜਦੋਂ ਉਸ ਦਾ ਵਚਨ ਖੁੱਲਿਆ ਤੇ ਉਹਦਾ ਵਚਨ ਇਹ ਪ੍ਰਗਟ ਕਰਦਾ ਹੈ ਜਿਸ ਤਰ੍ਹਾਂ ਦਾ ਪਰਮੇਸ਼ਵਰ ਹੈ, ਜਿਸ ਤਰ੍ਹਾਂ ਦਾ ਸਾਡਾ ਪ੍ਰਭੂ ਹੈ, ਉਹ ਮੰਗ ਕਰਦਾ ਕਿ ਉਸੇ ਤਰ੍ਹਾਂ ਦੇ ਉਹਦੀਆਂ ਬੇਟੀਆਂ ਔਰ ਬੇਟੇ ਹੋਣ ਜਿਸ ਤਰ੍ਹਾਂ ਦਾ ਪਰਮੇਸ਼ਵਰ ਹੈ। ਹੁਣ ਪ੍ਰਭੂ ਕਿਹਦੇ ਵਰਗਾ ਆ, ਕਿਸ ਤਰ੍ਹਾਂ ਦਾ ਹੈ ਪਰਮੇਸ਼ਵਰ? ਜਿਸ ਤਰ੍ਹਾਂ ਦਾ ਪ੍ਰਭੂ ਹੈ, ਕਿਉਂਕਿ ਬਾਈਬਲ ਦੱਸਦੇ ਹੈ ਮੱਤੀ ਦੀ ਇੰਜੀਲ ਦੇ ਅੰਦਰ ਉਸ ਦਾ 5 ਅਧਿਆਏ ਤੁਹਾਡਾ ਸਵਰਗੀ ਪਿਤਾ ਕੀ ਆ, ਉਹ ਪਵਿੱਤਰ ਹੈ ਤੇ ਤੁਸੀਂ ਵੀ ਪਵਿੱਤਰ ਬਣੋ। ਕਿਉਂਕਿ ਕੌਣ ਪਵਿੱਤਰ ਹੈ? ਯਿਸੂ ਪਵਿੱਤਰ ਹੈ। ਹਾਲੇਲੂਇਆ। ਪਾਪ ਕਿਹਦੇ ਵਿੱਚ ਨਹੀਂ? ਯਿਸੂ ਦੇ ਅੰਦਰ ਕੋਈ ਪਾਪ ਨਹੀਂ ਨਿਕਲਿਆ। ਉਹਦੇ ਵਿੱਚ ਕੋਈ ਵੀ ਪਾਪ ਦਾ ਅੰਸ਼ ਨਾ ਮਿਲਿਆ। ਔਰ ਬਾਈਬਲ ਚ ਲਿਖਿਆ ਕਿ ਉਹ ਪਰਖਿਆ ਗਿਆ ਪਰ ਪਰਖ ਦੇ ਵਿੱਚੋਂ ਸਫਲ ਹੋਇਆ, ਕਿਉਂਕਿ ਉਹਦੇ ਵਿੱਚ ਪਾਪ ਦਾ ਨਾਮੋ ਨਿਸ਼ਾਨ ਵੀ ਨਹੀਂ ਸੀ। ਕਿਉਂਕਿ ਯਿਸੂ ਦਾ ਜਨਮ ਸੀ ਜੋ ਸੰਭੋਗ ਦੁਆਰਾ ਨਹੀਂ ਬਲਕਿ ਯਿਸੂ ਦਾ ਜਨਮ ਪਵਿੱਤਰ ਆਤਮਾ ਦੀ ਪ੍ਰੇਰਣਾ ਦੁਆਰਾ ਸੀ। ਹਾਲੇਲੂਇਆ। ਇਸੇ ਲਈ ਪ੍ਰਭੂ ਦਾ ਵਚਨ ਸਾਡੇ ਲਈ ਹੈ ਕਿ ਸਾਨੂੰ ਵੀ ਨਵੇਂ ਸਿਰੇ ਤੋਂ ਜਨਮ ਲੈਣ ਦੀ ਜ਼ਰੂਰਤ ਹੈ। ਦੁਬਾਰਾ ਜਨਮ ਲੈਣ ਦੀ ਜ਼ਰੂਰਤ ਹੈ। ਹੁਣ ਇਹ ਦੁਬਾਰਾ ਜਨਮ ਕਾਹਦਾ, ਕਿਸ ਚੀਜ਼ ਦਾ ਜਨਮ ਹੁੰਦਾ ਹੈ? ਉਹ ਹੈ ਸਾਡਾ ਸੁਭਾਅ ਦਾ। ਤੁਹਾਡੇ ਅੰਦਰ ਜਿਹੜਾ ਪ੍ਰਾਣ ਹੈ, ਉਹ ਤੁਹਾਡੇ ਅੰਦਰ ਜਿਹੜਾ ਉਹ ਬੁਰਾ ਸੁਭਾਅ ਖਤਮ ਹੋ ਜਾਂਦਾ ਹੈ। ਬੁਰੇ ਸੁਭਾਅ ਮਰਦਾ ਹੈ, ਬੁਰੀ ਆਦਤਾਂ ਮਰਦੀਆਂ ਹਨ। ਜੋ ਕੁਝ ਵੀ ਤੁਹਾਡੇ ਅੰਦਰ ਵਿੱਚ ਗਲਤ ਹੈ ਉਸ ਸ਼ਰਾਬ ਦੇ ਕਾਰਨ, ਝੂਠ ਹੈ ਜਾਨੀ ਕਿ ਬਦੀਆਂ ਹੈ, ਉਹ ਠੱਗੀ ਵੱਜਦੀ ਹੈ ਜਾਂ ਮਾਰਦੇ ਹੋ, ਅੱਖਾਂ ਦੁਆਰਾ ਬੁਰਾ ਵੇਖਦੇ ਹੋ, ਕੰਨਾਂ ਦੁਆਰਾ ਬੁਰਾ ਸੁਣਦੇ ਹੋ, ਕਿਸੇ ਦੇ ਪ੍ਰਤੀ ਗਲਤ ਵਿਚਾਰ ਲੈ ਕੇ ਆਉਂਦੇ ਹੋ ਔਰ ਆਪਣੇ ਸੱਚੇ ਪਰਮੇਸ਼ਵਰ ਤੋਂ ਦੂਰ ਹੁੰਦੇ ਹੋ, ਵਚਨ ਦੀ ਅਸਲੀ ਸਿੱਖਿਆ ਤੋਂ ਦੂਰ ਹੁੰਦੇ ਹੋ। ਇਹ ਸਾਰਾ ਹੀ ਪੁਰਾਣਾ ਸੁਭਾਅ ਮਰ ਜਾਂਦਾ ਹੈ ਜਦੋਂ ਤੁਸੀਂ ਨਵੇਂ ਸਿਰੇ ਤੋਂ ਜਾਨੀ ਕਿ ਦੁਬਾਰਾ ਜਨਮ ਲੈਂਦੇ ਹੋ ਔਰ ਪ੍ਰਭੂ ਵੱਲੋਂ ਫਿਰ ਤੁਹਾਨੂੰ ਨਵਾਂ ਸੁਭਾਅ ਮਿਲਦਾ ਹੈ। ਪ੍ਰਭੂ ਯਿਸੂ ਮਸੀਹ ਤੁਹਾਨੂੰ ਨਵਾਂ ਸੁਭਾਅ ਦਿੰਦਾ ਹੈ। ਹੁਣ ਜਿਹੜਾ ਨਵਾਂ ਸੁਭਾਅ ਹੈ, ਉਹ ਨਵਾਂ ਸੁਭਾਅ ਕਿਹਦਾ ਸੁਭਾਅ ਹੈ? ਉਹ ਨਵਾਂ ਸੁਭਾਅ ਹੈ ਪ੍ਰਭੂ ਯਿਸੂ ਮਸੀਹ ਦਾ। ਜਦ ਤੱਕ ਤੁਹਾਡੇ ਵਿੱਚ ਮਸੀਹ ਦਾ ਸੁਭਾਅ ਨਹੀਂ, ਇਸ ਦਾ ਮਤਲਬ ਹੈ ਕਿ ਤੁਹਾਡੇ ਅੰਦਰ ਅਜੇ ਵੀ ਉਸੇ ਪਾਪ ਦਾ ਸੁਭਾਅ ਹੈ। ਪਾਪ ਵਾਲਾ ਸੁਭਾਅ ਤੁਹਾਡੇ ਅੰਦਰ ਅਜੇ ਵੀ ਪਣਪ ਰਿਹਾ ਹੈ, ਅਜੇ ਵੀ ਨਜ਼ਰ ਆ ਰਿਹਾ ਹੈ, ਅਜੇ ਵੀ ਜ਼ੋਰ ਮਾਰ ਰਿਹਾ ਹੈ। ਹਾਲੇਲੂਇਆ। ਤੇ ਪਰ ਬਾਈਬਲ ਦੀ ਪਵਿੱਤਰ ਕਲਾਮ ਦੀ ਮੰਗ ਕੀ ਕਰਦਾ ਹੈ? ਪਰ ਪ੍ਰਭੂ ਦਾ ਵਚਨ, ਪ੍ਰਭੂ ਦਾ ਵਚਨ ਤੁਹਾਡੇ ਉੱਤੇ ਇੱਛਾ ਕੀ ਰੱਖਦਾ ਹੈ ਕਿ ਤੁਸੀਂ ਦੁਬਾਰਾ ਜਨਮ ਲਵੋ। ਪ੍ਰਭੂ ਦਾ ਵਚਨ ਇਹ ਪ੍ਰਗਟ ਕਰਦਾ ਹੈ ਕਿ ਤੁਸੀਂ ਦੁਬਾਰਾ ਜਨਮ ਲਵੋ। ਹੁਣ ਜੇ ਇਨਸਾਨ ਦੇ ਲਈ ਪ੍ਰਭੂ ਨੇ ਠਹਿਰਾਇਆ ਹੈ ਤੇ ਇਸ ਕਲਾਮ ਨੂੰ, ਇਸ ਵਚਨ ਨੂੰ ਪੂਰਾ ਕਰਨਾ ਇੰਨਾ ਕੁ ਲਾਜ਼ਮੀ, ਇੰਨਾ ਕੁ ਜ਼ਰੂਰੀ ਹੈ ਕਿ ਇਹਦੇ ਤੋਂ ਬਿਨਾ ਕੰਮ ਬਣ ਹੀ ਨਹੀਂ ਸਕਦਾ। ਜੇ ਯਿਸੂ ਮਸੀਹ ਨੇ ਕਿਹਾ ਕਿ ਇਹ ਮੈਂ ਤੁਹਾਨੂੰ ਸੱਚ ਸੱਚ ਆਖਦਾ ਹਾਂ, ਮਤਲਬ ਕਿਸ ਤਰ੍ਹਾਂ ਪ੍ਰਭੂ ਨੇ ਕਿਹਾ? ਸੱਚ ਸੱਚ ਜ਼ਰੂਰੀ ਹੈ, ਲਾਜ਼ਮੀ ਹੈ। ਇਹਦੇ ਤੋਂ ਬਿਨਾ ਸਮਝੋ ਇਨਸਾਨ ਕੁਝ ਵੀ ਨਹੀਂ। ਉਹ ਸਿਰਫ ਚਰਚ ਜਾਈ ਜਾ ਰਿਹਾ ਹੈ ਔਰ ਪ੍ਰਾਰਥਨਾ ਕਰੀ ਜਾ ਰਿਹਾ ਹੈ, ਬਾਈਬਲ ਪੜ੍ਹੀ ਜਾ ਰਿਹਾ, ਵਚਨ ਸੁਣੀ ਜਾ ਰਿਹਾ, ਪਰ ਉਹਦਾ ਸੁਭਾਅ ਚੇਂਜ ਨਹੀਂ। ਜਦੋਂ ਸੁਭਾਅ ਤੁਹਾਡਾ ਚੇਂਜ ਨਹੀਂ, ਕੀ ਤੁਸੀਂ ਯਿਸੂ ਦੇ ਸਰੂਪ ਉਤੇ ਬਣ ਸਕਦੇ ਹੋ? ਨਹੀਂ, ਕਦੀ ਵੀ ਨਹੀਂ। ਬਲਕਿ ਪ੍ਰਭੂ ਯਿਸੂ ਮਸੀਹ ਨੇ ਇਸ ਯੁੱਗ ਦੇ ਅੰਦਰ ਆਪਣਾ ਸਮੇਂ ਦਾ ਮੈਸੇਜ ਇਸ ਲਈ ਦਿੱਤਾ ਤਾਂ ਜੋ ਤੁਹਾਡਾ ਸਰੂਪ ਚੇਂਜ ਹੋਵੇ, ਤਾਂ ਜੋ ਤੁਸੀਂ ਉਹ ਪਾਪ ਵਾਲੇ ਸੁਭਾਅ ਤੋਂ ਮਰ ਕੇ, ਜੋ ਸੰਸਾਰ ਦੀ ਅਭਿਲਾਸ਼ਾ ਹੈ ਉਹਦੇ ਤੋਂ ਮਰ ਕੇ, ਜੋ ਸੰਸਾਰ ਦੀ ਚਕਾਚੌਂਧ ਹੈ ਉਹਦੇ ਤੋਂ ਖਤਮ ਹੋ ਕੇ ਯਿਸੂ ਦੇ ਸਰੂਪ ਉੱਤੇ ਬਣੋ।
ਪ੍ਰਭੂ ਦੇ ਵਚਨ ਦੀ ਮੰਗ ਹੈ ਤੁਹਾਡੇ ਤੋਂ। ਇਹ ਉਸ ਪ੍ਰਭੂ ਦੀ ਇੱਛਾ ਹੈ ਤੁਹਾਡੇ ਲਈ ਕਿ ਤੁਸੀਂ ਦੁਬਾਰਾ ਜਨਮ ਲਵੋ, ਕਿ ਤੁਹਾਡਾ ਸੁਭਾਅ ਚੇਂਜ ਹੋਵੇ, ਤੁਹਾਡੇ ਗਲਤ ਇਰਾਦੇ ਬਦਲ ਜਾਣ, ਗਲਤ ਸੋਚ ਦੀ ਤਬਦੀਲੀ ਹੋਵੇ, ਤੁਹਾਡੇ ਅੰਦਰ ਨਵਾਂ ਸੁਭਾਅ ਆਵੇ ਔਰ ਉਹ ਨਵਾਂ ਸੁਭਾਅ ਯਿਸੂ ਮਸੀਹ ਦਾ ਜੀਵਨ ਹੋਵੇਗਾ। ਆਮੇਨ, ਹਾਲੇਲੂਇਆ। ਹੁਣ ਬਾਈਬਲ ਦੱਸਦੀ ਹੈ परमेश्वर ने ਜਦੋਂ ਆਦਮ ਦੀ ਰਚਨਾ ਕੀਤੀ ਔਰ ਪ੍ਰਭੂ ਦਾ ਵਚਨ ਸੀ ਆਓ ਅਸੀਂ ਮਨੁੱਖ ਬਣਾਈਏ, ਹਾਲੇਲੂਇਆ, ਪਰ ਉਹ ਕਿਹਦੇ ਵਰਗਾ ਬਣਾਈਏ? ਪ੍ਰਭੂ ਦਾ ਵਚਨ ਚ ਲਿਖਿਆ ਹੈ ਕਿ ਉਸਨੇ ਪਰਮੇਸ਼ਵਰ ਨੇ ਉਸਨੂੰ ਆਪਣੇ ਵਰਗਾ ਔਰ ਆਪਣੇ ਸਰੂਪ ਉੱਤੇ ਉਹਨੂੰ ਉਤਪਤ ਕੀਤਾ। ਆਦਮ ਕਿਹਦੇ ਵਰਗਾ ਸੀ? परमेश्वर वर्गा। आमेन, आमेन, हालेलुया। हुन आदम है परमेश्वर वर्गा। आमेन। चेहरे दी मैं गल नहीं कर रहे सी, नहीं जी, आत्मा ਉਹ ਸੀ ਆਦਮ ਦੇ ਅੰਦਰ ਜਿਹੜਾ ਸੁਭਾਅ ਹੈ, ਆਦਮ ਦੇ ਅੰਦਰ ਜਿਹੜਾ ਸੁਭਾਅ ਹੈ ਉਹ ਸੁਭਾਅ ਸੀ ਪਰਮੇਸ਼ਵਰ ਵਰਗਾ। आमेन। गल है अंदर वाले दी, गल है बॉडी दे अंदर वाले स्वभाव दी, क्योंकि ये तो बाहर वाली बॉडी है। ये तो समझो कि एक पुतले दी तरह, बुत दी तरह है, पर ये अंदर जड़ा स्वभाव है, जो तुहाडा स्वभाव है वो तुसी हो, जो तुहाडा स्वभाव है, जो तुहाडा स्वभाव है असल च तुसी ओ हो। ये बाहर वाला चेहरा ते पहचान लई है, पहचान किस तरह दे हो, यानी कि चला चेहरा तुहाडी पहचान करांदा है, पर जो तुहाडे अंदर है, जो तुहाडा स्वभाव है असल च पहचान आत्मक रीति दे नाल ओदी है कि तुसी है किस तरफ, तुसी किदे पुत्र हो, तुसी तुहाडे अंदर स्वभाव केड़ा है, ये दर्शावेगा कि तुसी यीशु वाल हो या शैतान वाल हो। बाहर वाला चेहरा कुछ भी प्रगट नहीं करता, ये शरीरक पहचान दे लई है, पर अंदर वाला जड़ा है वो आत्मक पहचान दे लई है। अंदर वाला स्वभाव पहचान है और तुहाडा स्वभाव ही तुहाडी पहचान है। आमीन, हालेलुया। और स्वभाव उस इंसान दा चेंज हुंदा है जिहड़ा दोबारा जन्म लेंदा है, ते जो जिन्ने तक दोबारा जन्म नहीं लिया उहदा कोई सुभाव नहीं चेंज, वो वखावा वखा रहा है कुछ समय दे लई, कुछ दिनां दे लई, कुछ महीनियां दे लई, असल च जो कुछ वो है वो प्रगट हो जाएगा, क्योंकि उसका स्वभाव मरिया नहीं है। जब तक स्वभाव नहीं मरदा ते दोबारा जन्म तुसी ले ही नहीं सकते। हुण बाइबल दस रही है आदम परमेश्वर दे स्वरूप उत्ते से, आदम परमेश्वर दे किस तरह दा सी, ओदे स्वरूप उत्ते, ओदा स्वभाव परमेश्वर वर्गा स्वभाव, और जे परमेश्वर अधिकारी है ते आदम भी अधिकारी सी। जे परमेश्वर दा हुक्म चलदा सी ते आदम दा भी हुक्म चलदा सी। हालेलुया, हालेलुया। जे सारे स्वर्गदूत, सारे सराफीम, सारे क्रूपी उस परमेश्वर दे अधीन सी, ते धरती उत्ते सारी सृष्टि, सारे जानवर और सारी कुदरत किया आदम दे अधीन, क्योंकि आदम धरती दा परमेश्वर सी और आदम असल दे विच धरती उत्ते प्रभु परमेश्वर नू ही प्रगट कर रहा सी। आदम धरती उत्ते रह के झलक सी परमेश्वर दी। आदम जद धरती उत्ते वचन बोलिया है वो परमेश्वर नू प्रगट कर रहा है, वो अपने पिता नू प्रगट कर रहा है, वो पिता दे गुनाह नू बाहर कढ रहा है, क्योंकि जे परमेश्वर वचन बोलदा ते उसे तरह हो जांदा।
ਆਦਮ ਵੀ ਵਚਨ ਬੋਲਦਾ ਸੀ। Amen. ਆਦਮ ਨੇ ਹੀ ਸਾਰੇ ਜਾਨਵਰਾਂ ਦੇ ਨਾਮ ਰੱਖੇ ਔਰ ਜੋ ਕੁਝ ਉਹਨੇ ਕਿਹਾ ਉਸੇ ਤਰ੍ਹਾਂ ਹੀ ਹੋ ਗਿਆ ਕਿਉਂਕਿ ਧਰਤੀ ਉੱਤੇ ਆਦਮ ਪ੍ਰਭੂ ਨੂੰ ਪ੍ਰਗਟ ਕਰ ਰਿਹਾ ਸੀ। ਹਾਲੇਲੂਇਆ, ਯਿਸੂ ਦੇ ਨਾਮ ਦੀ ਮਹਿਮਾ ਹੋ। ਪਰ ਬਾਈਬਲ ਇਹ ਦੱਸ ਰਹੀ ਹੈ ਕਿ ਪਾਪ ਦੇ ਵਜ੍ਹਾ ਦੇ ਨਾਲ ਉਹਨਾਂ ਦੇ ਉੱਤੇ ਜਿਹੜਾ ਆਦਮ ਕੋਲ ਅਧਿਕਾਰ ਸੀ ਉਹ ਅਧਿਕਾਰ ਜਾਂਦਾ ਰਿਹਾ। ਕਿਉਂਕਿ ਨਬੀ ਨੇ ਕਿਹਾ ਆਦਮ ਕੋਲ ਪੋਥੀ ਸੀ, ਜੀਵਨ ਦੀ ਪੋਥੀ, ਛੁਟਕਾਰੇ ਦੀ ਪੋਥੀ। ਆਮੇਨ। ਪਰ ਜਿੱਦਾਂ ਹੀ ਉਹਨੇ ਗਲਤੀ ਕੀਤੀ, ਜਿੱਦਾਂ ਹੀ ਉਹ ਗਲਤੀ ਵਿੱਚ ਚਲਾ ਗਿਆ ਔਰ ਉਹਨੇ ਆਪਣੀ ਪਤਨੀ ਦੀ ਸਾਈਡ ਲਈ, ਹੁਣ ਜਿੱਦਾਂ ਹੀ ਉਹਨੇ ਪ੍ਰਭੂ ਦੇ ਵਚਨ ਨੂੰ ਛੱਡਿਆ ਔਰ ਆਪਣੀ ਪਤਨੀ ਜੋ ਕਿ ਗਿਰ ਚੁੱਕੀ ਸੀ, ਜੋ ਸ਼ੈਤਾਨ ਦੇ ਜਾਲ ਵਿੱਚ ਫਸ ਚੁੱਕੀ ਸੀ, ਜਿੱਦਾਂ ਹੀ ਉਸ ਆਦਮ ਨੇ ਆਪਣੀ ਵਚਨ ਦੀ ਲਾਈਨ ਤੋਂ ਗਿਰ ਚੁੱਕੀ ਪਤਨੀ ਦੀ ਸਾਈਡ ਲਈ, ਉਹ ਛੁਟਕਾਰੇ ਦੀ ਪੋਥੀ ਉਹ ਗਵਾ ਬੈਠਾ, ਉਹ ਆਪਣਾ ਅਧਿਕਾਰ ਗਵਾ ਬੈਠਾ। ਅਥਾਰਟੀ ਉਹਦੇ ਕੋਲ ਜਾਂਦੀ ਰਹੀ, ਹੁਣ ਉਹਦੇ ਕੋਲ ਅਧਿਕਾਰ ਨਹੀਂ ਰਿਹਾ। ਔਰ ਇਹ ਛੁਟਕਾਰੇ ਦੀ ਪੋਥੀ ਵਾਪਸ ਮੂਲ ਸਵਾਮੀ ਕੋਲ ਚਲੀ ਗਈ, ਸ਼ੈਤਾਨ ਦੇ ਹੱਥਾਂ ਵਿੱਚ ਨਹੀਂ ਗਈ, ਬਲਕਿ ਉਹ ਪੋਥੀ स्वर्ग वाल चली गई, प्रभु ਦੇ ਕੋਲ ਚਲੀ ਗਈ, ਜਿੱਥੇ ਪਹਿਲੇ ਸੀ ਵਾਪਸ ਉਸੇ ਜਗ੍ਹਾ ਤੇ ਚਲੀ ਗਈ, ਪਰ ਕਦੀ ਧਰਤੀ ਤੇ ਸੀ। ਹਾਲੇਲੂਇਆ, ਪ੍ਰਭੂ ਯਿਸੂ ਦੇ ਨਾਮ ਦੀ ਮਹਿਮਾ ਤੇ ਵਡਿਆਈ ਹੋ। ਹੁਣ ਪਾਪ ਦੇ ਕਾਰਨ ਕੀ ਜਾਂਦਾ ਰਿਹਾ? ਅਧਿਕਾਰ। ਹਾਲੇਲੂਇਆ, ਪਰ ਖੁਦਾ ਦਾ ਕਲਾਮ, ਇਹ ਵਚਨ ਜੋ ਇਸ ਯੁੱਗ ਦੇ ਵਿੱਚ ਆਇਆ, ਇਸ ਯੁੱਗ ਦੇ ਵਿੱਚ ਜਦੋਂ ਪ੍ਰਭੂ ਦਾ ਕਲਾਮ ਆਇਆ, ਪ੍ਰਭੂ ਦਾ ਕਲਾਮ, ਪ੍ਰਭੂ ਦਾ ਵਚਨ ਆਇਆ, ਜਦੋਂ ਬਾਈਬਲ ਖੁੱਲੀ, ਯਾਨੀ ਕਿ ਬਾਈਬਲ ਖੁੱਲਣ ਦਾ ਮਤਲਬ ਜਦੋਂ ਬਾਈਬਲ ਦੇ ਪੇਤ ਖੁੱਲੇ, ਜਦੋਂ ਇਸ ਯੁੱਗ ਦੇ ਅੰਦਰ ਇਸ ਯੁੱਗ ਦਾ ਨਬੀ ਆਇਆ ਤੇ ਉਹਦੇ ਉੱਤੇ 7 ਮੋਹਰਾਂ ਪ੍ਰਗਟ ਕੀਤੀਆਂ ਗਈਆਂ, 7 ਗਰਜਾਂ ਦਾ ਭੇਤ ਉਹਦੇ ਉੱਤੇ ਪ੍ਰਗਟ ਕੀਤਾ ਗਿਆ। ਹਾਲੇਲੂਇਆ, ਜਿੱਦਾਂ ਉਹਦੇ ਤੇ ਭੇਤ ਪ੍ਰਭੂ ਨੇ ਆਪਣੇ ਭੇਤਾਂ ਨੂੰ ਪ੍ਰਗਟ ਕੀਤਾ ਔਰ ਫਿਰ ਇਸ ਯੁੱਗ ਦੇ ਨਬੀ ਨੇ ਪ੍ਰਚਾਰ ਕੀਤਾ ਜੀਵਨ ਰੂਪੀ ਰੁੱਖ ਦੀ ਬਹਾਲੀ। ਉਹਨੇ की बहाली इस जोग ਵਿੱਚ ਕੀਤੀ ਗਈ ਹੈ, ਕਿਉਂਕਿ ਜੋ ਕੁਝ ਵੀ ਪੁਰਾਣਾ ਸੀ, ਜਿਹਨੂੰ ਸ਼ੈਤਾਨ ਨੇ ਲੈ ਲਿਆ, ਜਿਹਨੂੰ ਸ਼ੈਤਾਨ ਨੇ ਖਾ ਲਿਆ, ਤੁਹਾਡੀਆਂ ਬਰਕਤਾਂ ਨੂੰ, ਤੁਹਾਡੀ ਆਜ਼ਾਦੀ ਨੂੰ, ਤੁਹਾਡੀ ਸੰਗਤੀ ਨੂੰ, ਤੁਹਾਡੇ ਪ੍ਰੇਮ ਨੂੰ, ਤੁਹਾਡੇ ਛੁਟਕਾਰੇ ਨੂੰ, ਉਹ ਸ਼ੈਤਾਨ ਨੇ ਤੁਹਾਡੇ ਤੋਂ ਇੰਨੇ ਸਾਲਾਂ ਤੋਂ ਦੂਰ ਰੱਖਿਆ। पर धन्यवाद है यीशु मसीह दे लहू दे नाल, यीशु मसीह दी अनुग्रह दे द्वारा प्रभु ने इस जोग विच एलिया नबी नु कल्लिया। उन्होंने कहा वेखो मैं तुहाडे लई एलिया नबी नु भेजदा हां, वो बालकां दे दिलां नु पितरां वल मोड़ेगा, वापस साडे दिलां नु प्रेरितां वल मोड़िया गया और वापस साडे विश्वास नु उस तरफ लियांदा गया, वापस सच्ची तौबा दा प्रचार कीता गया, वापस एक बार फिर धरती उत्ते यीशु मसीह दे नाम दे बपतिस्मे दा प्रचार किया गया, एक बार फिर प्रचार किया गया। वो प्रचार जो चेले करते सी कि तुहाडा श्रृंगार बाहर दा नहीं है, तुहाडा श्रृंगार ते मन दी गुप्त इंसानियत है, तुहाडा श्रृंगार ते प्रभु दा कलाम है, तुहाडा श्रृंगार ते प्रभु दा पवित्र स्वभाव है, तुहाडा स्वभाव तुहाडा श्रृंगार है, तुहाडे अंदर जो प्रेम है ये तुहाडे करैक्टर नु दसदा है। हालेलुया, यीशु मसीह दा नाम दी महिमा ते होई। ये आम प्रेम दी असि गल नहीं कर रहे, आम प्रेम दी नहीं बल्कि सिद्ध प्रेम दी गल कर रहे हैं। और सिद्ध प्रेम वो प्रेम है जिहड़ा किसे लिए अपनी जान दे दिंदा है। और ये प्रेम किन्ने वकाया? प्रभु यीशु मसीह ने। उन्हें दुल्हन दे लई स्वर्ग नु छड्डिया, उन्हें कलीसिया दे लई संघासन नु छड्डिया, उन्हें अपने कुरूबी, अपने दूत, अपना सिंहासन, शाही बस्तर, उन्हें सारा कुछ ला के एक आम इंसान दे रूप जो तुहाडे और मेरे लिए यो दुख सह सके, वो बरताया जावे, जो अपना पवित्र लहू बहा सके और तुहानू छुटकारा दे सके। आमीन, हालेलुया। उस प्रभु यीशु दे लहू दे नाल और यीशु मसीह दे वचन नू कबूल करन दे नाल तुसी यीशु दी बेटियां ते बेटे बनदे हो। आमीन, आमीन, हालेलुया। प्रभु यीशु दे नाम दी महिमा हो। आमीन।
ਹੁਣ ਤੁਸੀਂ ਪ੍ਰਭੂ ਯੀਸ਼ੂ ਦੀਆਂ ਬੇਟੀਆਂ ਤੇ ਬੇਟੇ ਹੋ, Amen. ਉਹ ਜਿਨ੍ਹਾਂ ਨੇ ਪ੍ਰਭੂ ਦੇ ਵਚਨ ਨੂੰ ਕਬੂਲ ਕੀਤਾ। ਮਹਿਮਾ। ਪਰ ਪ੍ਰਭੂ ਦਾ ਵਚਨ ਕਹਿੰਦਾ ਹੈ ਕਿ ਜਦੋਂ ਹੁਣ ਤੁਸੀਂ ਉਹਦੇ ਬੇਟੇ ਬਣ ਗਏ, ਹੁਣ ਜਦੋਂ ਤੱਕ ਕੋਈ ਬੇਟਾ ਨਹੀਂ ਬਣਦਾ, ਬੇਟਾ ਅਸੀਂ ਕਿਸ ਤਰ੍ਹਾਂ ਬਣਦੇ ਆ? ਯੀਸ਼ੂ ਦਾ ਬੇਟਾ ਕਿਸ ਤਰ੍ਹਾਂ ਅਸੀਂ ਬਣਦੇ ਆ? ਕੀ ਤਰੀਕਾ ਹੈ? ਤੋਬਾ ਕਰਕੇ ਬਪਤਿਸਮਾ ਲੈ ਕੇ। ਇੱਕੋ ਹੀ ਤਰੀਕਾ ਹੈ, ਇੱਕੋ ਹੀ, ਉਹ ਹੈ ਜਨਮ ਦੇ ਦੁਆਰਾ। ਜਨਮ ਦੇ ਦੁਆਰਾ ਹੀ ਮੈਂ ਆਪਣੇ ਘਰ ਦਾ ਵਾਰਿਸ ਬਣਿਆ। ਸੱਚ। ਤੁਸੀਂ ਵੀ ਜਨਮ, ਜਿਸ ਘਰ ਵਿੱਚ ਤੁਸੀਂ ਜਨਮ ਲੈਂਦੇ ਹੋ, ਘਰ ਦਾ, ਉਸ ਫੈਮਿਲੀ ਦਾ ਤੁਸੀਂ ਹਿੱਸਾ ਬਣਦੇ। ਆਮੀਨ। ਜਿਹੜਾ ਬਾਹਰੋਂ ਆਂਦਾ ਹੈ ਅਸਲ 'ਚ ਉਹ ਅਧਿਕਾਰੀ ਨਹੀਂ ਹੁੰਦਾ। ਸੱਚ, ਬਿਲਕੁਲ। ਉਹ ਨਹੀਂ ਅਧਿਕਾਰੀ, ਕਿਉਂਕਿ ਉਹ ਬਾਹਰੋਂ ਆਇਆ। ਬਾਹਰੋਂ ਤੁਸੀਂ ਕਿਸੇ ਨੂੰ ਆਪਣਾ ਬੇਟਾ ਬਣਾ ਲਿਆ, ਉਹ ਅਧਿਕਾਰੀ ਨਹੀਂ ਹੈ। ਅਧਿਕਾਰੀ ਉਹ ਹੈ ਜੋ ਤੁਹਾਡੇ ਵਿੱਚੋਂ ਨਿਕਲਦਾ। ਅਸਲ 'ਚ ਤੁਸੀਂ ਫਿਰ ਯੀਸ਼ੂ ਦੇ ਬੇਟੇ ਬਣਦੇ ਹੋ ਜਦੋਂ ਤੁਸੀਂ ਯੀਸ਼ੂ ਦੇ ਵਚਨ ਦੇ ਦੁਆਰਾ ਜਨਮ ਲੈਂਦੇ ਹੋ, ਕਿਉਂਕਿ ਵਚਨ ਹੀ ਤਾਂ ਪਰਮੇਸ਼ਵਰ ਹੈ। ਆਮੀਨ। 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 ਹਾਲੇਲੂਇਆ। ਹਾਲੇਲੂਇਆ। ਯੀਸ਼ੂ ਦੇ ਨਾਮ ਦੀ ਮਹਿਮਾ ਹੋ। ਆਮੀਨ। ਕਹਿਣ ਨੂੰ ਤਾਂ ਸਾਰਾ ਮਸੀਹ ਜਗਤ ਕਹਿ ਰਿਹਾ ਕਿ ਯੀਸ਼ੂ ਮੇਰਾ ਪਿਤਾ ਹੈ ਤੇ ਮੈਂ ਉਹਦਾ ਬੇਟਾ ਹਾਂ। ਸਾਰੇ ਕਹਿ ਸਕਦੇ ਯੀਸ਼ੂ ਮੇਰਾ ਪਿਤਾ ਹੈ, ਮੈਂ ਉਹਦਾ ਬੇਟਾ ਹਾਂ, ਔਰ ਮੈਂ ਬੜਾ ਧਰਮੀ ਹਾਂ, ਮੈਂ ਯੀਸ਼ੂ ਦੀ ਮੰਨਦਾ, ਯੀਸ਼ੂ ਦੀ ਇੱਛਾ ਨੂੰ ਪੂਰਾ ਕਰਦਾ। ਹਾਲੇਲੂਇਆ। ਚਰਚ ਕਿੱਥੇ ਜਾਂਦਾ? ਸੰਸਥਾਵਾਂ ਦੇ ਅੰਦਰ। ਜਦੋਂ ਕਹੀਏ ਬਪਤਿਸਮਾ ਤੇ ਕਹਿੰਦਾ ਅਸੀਂ ਯੀਸ਼ੂ ਦੀ ਗੱਲ ਮੰਨਣੀ, ਯੀਸ਼ੂ ਨੇ ਜੋ ਕਿਹਾ ਉਹ ਸੱਚ ਹੈ, ਯੀਸ਼ੂ ਸੱਚਾ ਹੈ, ਅਸੀਂ ਯੀਸ਼ੂ ਦੀ ਮੰਨਦੇ ਹਾਂ, ਉਹ ਯੀਸ਼ੂ ਤੋਂ ਇਲਾਵਾ ਕਿਸੇ ਦੀ ਨਹੀਂ ਮੰਨਣੀ, ਚੇਲੇ ਦੀ ਨਹੀਂ ਮੰਨ ਸਕਦੇ, ਯੀਸ਼ੂ ਦੀ ਮੰਨਣੀ ਹੈ, ਕਿਉਂਕਿ ਮੈਂ ਯੀਸ਼ੂ ਦਾ ਬੇਟਾ, ਮੇਰਾ ਪਿਤਾ ਯੀਸ਼ੂ ਹੈ, ਯੀਸ਼ੂ ਨੇ ਜੋ ਕਿਹਾ ਮੈਂ ਉਹ ਕਹਿਣਾ ਹੈ। ਉਹ ਭੁੱਲ ਜਾਂਦੇ ਆ ਕਿ ਬਾਈਬਲ ਕਹਿੰਦੀ ਲਿਖਤ ਮਾਰਦੀ ਹੈ ਪਰ ਆਤਮਾ ਕੇ ਜੀਵਨ ਦਿੰਦਾ ਹੈ। ਆਮੀਨ। ਹਾਲੇਲੂਇਆ। ਹਾਲੇਲੂਇਆ। ਇਸ ਤਰ੍ਹਾਂ ਕੋਈ ਨਹੀਂ ਬੇਟਾ ਬਣਦਾ। ਬੇਟਾ ਜਦੋਂ ਤੁਸੀਂ ਬਣੋਗੇ, ਜਦੋਂ ਤੁਹਾਡਾ ਜਨਮ ਹੋਵੇਗਾ ਮਸੀਹ ਦੇ ਵਿੱਚ, ਉਹ ਇਸ ਕੀ ਪ੍ਰਗਟਾਵਾ ਹੈ ਕਿ ਤੁਸੀਂ ਦਾ ਬੇਟਾ ਬਣ ਗਏ। ਤੁਹਾਡਾ ਸੁਭਾਅ ਚੇਂਜ ਹੋ ਗਿਆ। ਤੁਸੀਂ ਬੇਪਰਤੀਤਿਆਂ ਦੇ ਲਾਗੇ ਜਾਂ ਉਹਨਾਂ ਦੇ ਨਾਲ ਸੰਗਤੀ ਨਹੀਂ ਕਰ ਸਕਦੇ, ਕਿਉਂਕਿ ਕਲਾਮ ਕਹਿੰਦਾ ਹੈ ਬੇਪਰਤੀਤਿਆਂ ਦੇ ਨਾਲ ਵਿਸ਼ਵਾਸੀ ਦਾ ਕੋਈ ਮਿਲਾਪ ਨਹੀਂ ਆ। ਇੱਕ ਪਾਸੇ ਨੇਚਾਵਾਨ ਤੇ ਇੱਕ ਪਾਸੇ ਬੇਪਰਤੀਤਾ ਇਕੱਠੇ ਸੰਗਤੀ ਕਰਨ, ਇਹਦਾ ਹੋ ਨਹੀਂ ਸਕਦਾ। ਹਾਲੇਲੂਇਆ। ਵੇਖੋ ਪ੍ਰਭੂ ਦਾ ਵਚਨ ਦੱਸਦਾ ਹੈ ਅਬਰਾਹਾਮ ਤੇ ਲੂਤ ਇਕੱਠੇ ਸੀ। ਕੌਣ ਕੌਣ? ਅਬਰਾਹਾਮ ਵੀ ਔਰ ਲੂਤ ਵੀ, ਦੋਵੇਂ ਬਾਹਰ ਨਿਕਲੇ। ਦੋਵੇਂ ਹੀ ਉਸ ਬਾਬਲ ਤੋਂ ਬਾਹਰ ਨਿਕਲੇ। ਹਾਲੇਲੂਇਆ। ਹਾਲੇਲੂਇਆ। ਈਸ਼ਵਰ ਦੀ ਅਬਰਾਹਾਮ ਲਈ ਸੀ, ਉਹਨੇ ਤੇ ਅਬਰਾਹਾਮ ਨੂੰ ਆਵਾਜ਼ ਦਿੱਤੀ ਸੀ। ਆਮੀਨ। ਪਰ ਲੂਤ ਨਾਲ ਜੁੜ ਕੇ ਆ ਗਿਆ। ਹੁਣ ਜਦੋਂ ਨਾਲ ਜੁੜਿਆ, ਨਾਲ ਕਿਹਦੇ ਨਾਲ ਜੁੜਿਆ? ਅਬਰਾਹਾਮ ਦੇ। ਆਮੀਨ। ਪਰ ਪ੍ਰਭੂ ਦੀ ਇੱਛਾ ਕੀ ਹੈ? ਅਬਰਾਹਾਮ ਦੇ ਲਈ। ਪ੍ਰਭੂ ਦੀ ਬੁਲਾਹਟ ਅਬਰਾਹਾਮ ਦੇ ਲਈ ਸੀ, ਪਰ ਲੂਤ ਤੇ ਨਾਲ ਜੁੜ ਗਿਆ ਅਬਰਾਹਾਮ ਦੇ। ਹੁਣ ਨਾਲ ਜੁੜਨ ਦੇ ਕਾਰਨ ਵੀ ਲੂਤ ਉਤੇ ਬਰਕਤਾਂ ਹੈ ਕਿ ਸਿਰਫ ਨਾਲ ਹੀ ਜੁੜਦੇ ਆ, ਚਰਚੀ ਜਾਂਦੇ ਆ, ਦਵਾਈ ਕਰਦੇ ਆ, ਬਾਈਬਲ ਵੀ ਪੜ੍ਹਦੇ ਆ, ਫਾਸਟਿੰਗ ਪ੍ਰੇਅਰ ਬਹੁਤ ਆ, ਧਰਮੀ ਬਣਦੇ ਆ, ਧਰਮੀ ਵਿਖਾਵਾ ਵਿਖਾਉਂਦੇ ਆ, ਇਸ ਯੀਸ਼ੂ ਤੇ ਬੜੀ ਨੇਚਾ ਕਰਦੇ ਆ। ਇਹ ਸਾਰੀਆਂ ਗੱਲਾਂ ਦੇ ਨਾਲ ਤੁਹਾਡੇ ਉੱਤੇ ਬਰਕਤਾਂ ਆ ਸਕਦੀਆਂ, ਸਰੀਰਕ ਬਰਕਤਾਂ ਆ ਸਕਦੀਆਂ। ਤੁਸੀਂ ਧਰਮੀ ਆਪਣੇ ਆਪ ਨੂੰ ਵਿਖਾ ਸਕਦੇ ਹੋ। ਇਹ ਤਾਂ ਲੂਤ ਦੇ ਨਾਲ ਵੀ ਸੀ। ਲੂਤ ਜੋ ਕਿ ਅਬਰਾਹਾਮ ਨਾਲ ਜੁੜਿਆ, ਅਬਰਾਹਾਮ ਦੇ ਨਾਲ ਸਫ਼ਰ ਕੀਤਾ ਔਰ ਅਬਰਾਹਾਮ ਦੇ ਨਾਲ ਰਿਹਾ, ਉਹਦੇ ਉੱਤੇ ਵੀ ਬਰਕਤਾਂ ਆਈਆਂ। ਇਹ ਕਲਾਮ ਦੱਸਦਾ ਹੈ ਕਿ ਜੇ ਬਰਕਤ ਅਬਰਾਹਾਮ ਲਈ ਸੀ, ਅਬਰਾਹਾਮ ਨੂੰ ਬਰਕਤਾਂ ਮਿਲੀਆਂ। ਅਬਰਾਹਾਮ ਦਾ ਵਪਾਰ, ਅਬਰਾਹਾਮ ਦਾ ਕੰਮ, ਅਬਰਾਹਾਮ ਦਾ ਵਿਰਸਾ ਅੱਗੇ ਵਧਿਆ ਤੇ ਲੂਤ ਦਾ ਵੀ ਇਸੇ ਤਰ੍ਹਾਂ ਵਧਿਆ। ਉਹਨਾਂ ਕੋਲ ਵੀ ਭੇਡਾਂ ਸੀ, ਲੂਤ ਕੋਲ ਵੀ ਬੱਕਰੀਆਂ ਸੀ, ਲੂਤ ਕੋਲ ਵੀ ਊਠ ਸੀ। ਇਹ ਸਾਰੀਆਂ ਉਹਨਾਂ ਦੇ ਲਈ ਕੀ ਸੀ? ਬਰਕਤਾਂ ਸੀ। ਆਮੀਨ। ਬਰਕਤਾਂ ਦੋਵਾਂ ਉੱਤੇ ਹੀ, ਪਰ ਪ੍ਰਭੂ ਦੀ ਬੁਲਾਹਟ ਤੇ ਅਬਰਾਹਾਮ ਲਈ ਹੈ। ਇਸੇ ਤਰ੍ਹਾਂ ਅੱਜ ਬਹੁਤ ਜ਼ਿਆਦਾ ਲੋਕ ਹਨ, ਪਰ ਬ੍ਰਦਰ ਅਬਰਾਹਾਮ ਨੇ ਕਿਹਾ ਲੂਤ ਸੀਲ ਗਰਮ विश्वासी ਦਾ ਪ੍ਰਗਟਾਵਾ ਹੈ। ਠੰਡਾ ਤੱਤਾ ਵਿਸ਼ਵਾਸੀ, ਠੰਡਾ ਵੀ ਹੈ ਤੱਤਾ ਵੀ ਹੈ। ਹਾਲੇਲੂਇਆ। ਹਾਲੇਲੂਇਆ। ਪ੍ਰਭੂ ਯਿਸੂ ਮਸੀਹ ਆਮੀਨ। 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 ਹੁਣ ਬਾਈਬਲ ਦੱਸਦੀ ਹੈ ਕਿ ਮੁਆਬ ਕੌਮ ਲੂਤ ਵਿੱਚੋਂ ਹੀ ਨਿਕਲੀ।
ਜੋ ਕਿ ਇਜ਼ਰਾਈਲ ਦੇ ਲਈ ਰੁਕਾਵਟਾਂ ਖੜੀਆਂ ਕਰ ਰਹੀ ਸੀ। ਠੀਕ ਹੈ। ਇਹ ਕਿਦਾਂ ਦਾ ਹੈ? ਸੀਲ ਗਰਮ ਵਿਸ਼ਵਾਸੀ, ਠੰਡਾ ਤੱਤਾ ਵਿਸ਼ਵਾਸੀ। ਆਮੇਨ, ਆਮੇਨ, ਹਾਲੇਲੂਇਆ। ਹਾਲੇਲੂਇਆ। ਪਰ ਵਚਨ ਕਹਿੰਦਾ ਹੈ ਇਹ ਠੰਡਾ ਤੱਤਾ ਜਿਹੜਾ ਵਿਸ਼ਵਾਸੀ ਆ, ਇਹ ਤੁਹਾਨੂੰ ਅਸਲੀ ਵਚਨ ਦੇ ਪ੍ਰਕਾਸ਼ਨ ਤੱਕ, ਅਸਲੀ ਲੈਵਲ ਤੱਕ, ਅਸਲੀ ਵਿਸ਼ਵਾਸ ਤੱਕ ਜਾਣ ਨਹੀਂ ਦੇਵੇਗਾ। ਠੀਕ ਹੈ। ਇਹ ਸਗੋਂ ਤੁਹਾਡੇ ਜ਼ਿੰਦਗੀ ਦੇ ਅੰਦਰ ਰੁਕਾਵਟਾਂ ਹੀ ਲੈ ਕੇ ਆਵੇਗਾ। ਬਿਲਕੁਲ ਬਿਲकुल ਸਹੀ। ਕਿਉਂਕਿ ਬਾਈਬਲ ਦੱਸਦਾ, ਮੇਰੇ ਨਬੀ ਨੇ ਕਿਹਾ ਕਿ ਇਹ ਕੰਮ ਕੀ ਸੀਗਾ? ਲੂਤ ਦਾ ਅਬਰਾਹਾਮ ਤੋਂ ਵੱਖਰਾ ਹੋਣਾ। ਇਹ ਵੱਖਰਾ ਕੌਣ ਕਰ ਰਿਹਾ ਹੈ? ਅਬਰਾਹਾਮ ਨਹੀਂ। ਅਬਰਾਹਾਮ ਦਾ ਵਿਸ਼ਵਾਸ ਹੈ ਕਿ ਇਹ ਮੇਰਾ ਭਤੀਜਾ, ਮੇਰਾ ਭਰਾ ਹੀ ਆ, ਔਰ ਇਹ ਮੇਰੇ ਭਰਾ ਦਾ ਪੁੱਤਰ ਹੈ। ਹਾਲੇਲੂਇਆ। ਇਹਦੇ ਵਿੱਚ ਮੈਂ ਆਪਣੇ ਭਰਾ ਨੂੰ ਵੇਖ ਰਿਹਾ। ਮੈਂ ਆਪਣਾ ਜਿਹੜਾ ਮੇਰਾ ਭਰਾ ਆ, ਮੈਨੂੰ ਇਹਦੇ ਚ ਉਹੀ ਨਜ਼ਰ ਆ ਰਿਹਾ। ਇਹ ਕਿਹੜਾ ਦਾ ਸਰੀਰਕ ਸੁਭਾਅ ਆ। ਜਦ ਤੱਕ ਲੂਤ ਮੇਰੇ ਨਾਲ ਆ, ਉਹ ਕਹਿ ਰਿਹਾ ਕਿ ਇਹਦੇ ਵਿੱਚ ਮੇਰਾ ਭਰਾ ਨਜ਼ਰ ਆ ਰਿਹਾ, ਇਹਨੂੰ ਮੈਂ ਆਪਣੇ ਤੋਂ ਜੁਦਾ ਨਹੀਂ ਕਰਨਾ, ਆਪਣੇ ਤੋਂ ਵੱਖਰਾ ਨਹੀਂ ਹੋਣ ਦੇਣਾ। ਇਹ ਅਬਰਾਹਾਮ ਦਾ ਨਿਰਣੇ ਨਹੀਂ ਸੀ, ਬਲਕਿ ਇਹ ਤੇ ਖੁਦਾ ਦਾ ਨਿਰਣੇ ਸੀਗਾ। ਇਹ ਪ੍ਰਭੂ ਦੀ ਯੋਜਨਾ ਸੀ ਕਿ ਹੁਣ ਲੂਤ ਔਰ ਅਬਰਾਹਾਮ ਵੱਖਰੇ ਵੱਖਰੇ ਹੋ ਜਾਣ। ਆਮੇਨ, तो बाइबल दादी यीशु मसीह ने क्या मैं ਇਹਦੇ ਲਈ ਨਹੀਂ ਆਇਆ ਕਿ ਬਸ ਤੁਹਾਨੂੰ ਪ੍ਰੇਮ ਸਿਖਾਵਾਂ, ਪ੍ਰੇਮ करो नहीं। ਉਹਨੇ ਕਿਹਾ ਮੈਂ ਤਲਵਾਰ ਚਲਾਉਣ ਆਇਆ ਹਾਂ, ਮੈਂ ਕੱਟ ਦੇਣ ਦੇ ਲਈ ਆਇਆ ਹਾਂ, ਮੈਂ ਵੱਖਰੇ ਕਰਨ ਦੇ ਲਈ ਆਇਆ ਹਾਂ। ਠੀਕ। ਬੇਪ੍ਰਤੀਤੀ ਨਾਲੋਂ ਵਿਸ਼ਵਾਸੀ ਨੂੰ ਵੱਖਰੇ ਕਰਨ ਲਈ ਆਇਆ ਹਾਂ। ਪ੍ਰਭੂ ਦਾ ਵਚਨ ਆਇਆ ਹੈ ਹਨੇਰੇ ਨੂੰ ਔਰ ਰੋਸ਼ਨੀ ਨੂੰ ਵੱਖਰਾ ਕਰੇ। ਉਤਪਤੀ ਦੀ ਕਿਤਾਬ ਦੇ ਵਿੱਚ ਪ੍ਰਗਟ ਹੈ, ਪਹਿਲੀਆਂ ਹੀ ਅਧਿਆਏ ਦੇ ਅੰਦਰ पहला काम जो प्रभु ने बनाया उसी चानन, वही रोशनी। और बाइबल दादिया प्रभु ने, परमेश्वर ने हनेरे नु और चानन नु वखरा वखरा कीता। हनेरा शैतान दा प्रगटावा और रोशनी यीशु मसीह दा प्रगटावा। इसी तरह मेरा प्रभु दा कलाम विश्वासियां नु और बेप्रतीतियां नु वखरा वखरा करेगा। किस तरह तुसी यीशु दे बेटे और यीशु दी बेटियां होके और संसार दा स्वभाव तुहाडे अंदर नजर आवे, दुनियादारी दे रीति रिवाज नजर आन और दुनिया वर्गे काम नजर आन, दुनिया वर्गा स्वभाव नजर आवे, दुनिया वर्गे ही तुसी होवो ते तुसी कहो कि मैं यीशु दा बेटा नहीं। श्रीमान ये हो ही नहीं सकदा, ये हो नहीं सकदा। गड़बड़िया तुहाडे अंदर मसीह दा जीवन अजे नहीं आया। ਜਦੋਂ ਮਸੀਹ ਦਾ ਜੀਵਨ ਆਏਗਾ ਤੁਹਾਡੇ ਅੰਦਰ ਅਣਖ ਆਵੇਗੀ, ਵਚਨ ਦੀ ਅਣਖ ਆਵੇਗੀ। ਤੁਸੀਂ ਮਸੀਹ ਦੇ ਲਈ ਹਰ ਇੱਕ ਕੁਰਬਾਨੀ ਦੇਣ ਦੇ ਲਈ ਤਿਆਰ ਹੋ ਜਾਓਗੇ। ਜਦੋਂ ਪਵਿੱਤਰ ਆਤਮਾ ਦੀ ਪ੍ਰੇਰਣਾ ਤੁਹਾਡੇ ਉੱਤੇ ਹੋਵੇਗੀ, ਤੁਸੀਂ ਰਾਜੇ ਮਹਾਰਾਜੇ ਛੱਡ ਕੇ ਹਰ ਇਨਸਾਨ ਦੇ ਅੱਗੇ, ਸਭਨਾਂ ਦੇ ਅੱਗੇ ਖੜੇ ਹੋ ਸਕਦੇ ਹੋ। ਦਲੇਰੀ ਦੇ ਨਾਲ ਕਹਿ ਸਕਦੇ ਹੋ ਕਿ ਮੈਂ ਯੀਸ਼ੂ ਦੇ ਲਈ ਹੀ ਜੀ ਰਿਹਾ ਹਾਂ, ਮੈਂ ਯੀਸ਼ੂ ਦੇ ਲਈ ਹੀ ਜੀਣਾ ਹੈ, ਮੈਂ ਉਹੀ ਕਰਨਾ ਹੈ ਜੋ ਪ੍ਰਭੂ ਦਾ ਵਚਨ ਕਹਿ ਰਿਹਾ ਹੈ। ਆਮੇਨ, ਆਮੇਨ। ਕੀ ਖੁਦਾ ਦਾ ਕਲਾਮ ਅੱਜ ਵੀ ਵੱਖਰਾ ਕਰੇਗਾ? ਆਮੇਨ, ਬਿਲਕੁਲ ਸੱਚ। ਬੇਪ੍ਰਤੀਤੀ ਦੇ ਨਾਲੋਂ ਜੇ ਤੁਸੀਂ ਯੀਸ਼ੂ ਦੀਆਂ ਬੇਟੀਆਂ ਤੇ ਯੀਸ਼ੂ ਦੇ ਬੇਟੇ ਹੋ, ਉਹ ਤੁਹਾਡੇ ਵਿੱਚ ਬੁਰੀਾਈ ਨੂੰ ਜਾਂ ਗੁਨਾਹ ਨੂੰ, ਪਾਪ ਨੂੰ, ਬੇਪ੍ਰਤੀਤੀ ਨੂੰ ਵੇਖਣਾ ਨਹੀਂ ਚਾਹੁੰਦਾ। ਉਹ ਚਾਹੁੰਦਾ ਕਿ ਤੁਸੀਂ ਵੱਖਰੇ ਹੋਵੋ ਦੁਨੀਆ ਤੋਂ। ਉਹ ਚਾਹੁੰਦਾ ਬੇਪ੍ਰਤੀਤੀ ਤੁਹਾਡੇ ਚ ਨਜ਼ਰ ਨਾ ਆਵੇ, ਤੁਹਾਡੇ ਚ ਸਿੱਧ ਵਿਸ਼ਵਾਸ ਨਜ਼ਰ ਆਵੇ। ਆਮੇਨ, ਹਾਲੇਲੂਇਆ, ਹਾਲੇਲੂਇਆ। ਯਿਸੂ ਨਾਮ ਦੀ ਮਹਿਮਾ ਹੋ। ਹਾਲੇਲੂਇਆ। ਹੁਣ ਬਾਈਬਲ ਦੇ ਵਿੱਚ ਲਿਖਿਆ ਕਿ ਜਦੋਂ ਤੱਕ ਲੂਤ ਤੇ ਅਬਰਾਹਮ ਇਕੱਠੇ ਸੀ, परमेश्वर ने अब्राहम नाल गल कीती। उस तो बाद अगली वारी जदों प्रभु ने अब्राहम नाल गल कीती, वो सी लूत दे वखरे होण तो बाद। जब तक लूत उहदे नाल आ, प्रभु ने उहदे नाल गल नहीं कीती। मैं कहांगा जिहड़ा विश्वासी, जब तक तुसीं संसार दे नाल घुले मिले रहोगे और कहोगे कि मैं किहनूं नाराज नहीं करना, कहोगे देखो इदा अक्सर हुंदा है कि इंसान रिश्तेदारां नूं बड़ा खुश करदा है कि मेरा रिश्तेदार ना किते नाराज हो जाए, मैं तो कल्ला रह जावांगा, मेरी शादी ब्याह बच्चे ब्याहने आ, इदा करना वो करना ते ओदे च तो कोई आएगा नहीं। ये तुसी किदां सोच रहे? इन्नी लंबी गल तुसी सोच के भी बैठ गए, इन्ने अगे आने वाले सालां प्रति सोच के भी बैठ गए। और अथवा तू ये नहीं जानदा कि साडी जिंदगी एक घाह की तरह है।
ਅਸੀਂ ਤੇ ਇਹਦੇ ਬਾਰੇ ਕੁਝ ਨਹੀਂ ਜਾਣਦੇ। ਆਉਣ ਵਾਲੇ ਕੱਲ ਵਾਲੇ ਮੇਰਾ ਪ੍ਰਭੂ ਜਾਣਦਾ। ਅਗਰ ਤੁਸੀਂ ਅੱਜ ਪ੍ਰਭੂ ਦੇ ਵਚਨ ਦੇ ਉੱਤੇ ਵਫਾਦਾਰੀ ਦੇ ਨਾਲ ਅੜੇ ਤੇ ਖੜੇ ਰਹੇ ਤੇ ਫਿਰ ਤੁਹਾਨੂੰ ਚਿੰਤਾ ਕਰਨ ਦੀ ਜ਼ਰੂਰਤ ਨਹੀਂ ਹੈ, ਕਿਉਂਕਿ ਵਚਨ ਕਹਿੰਦਾ ਹੈ, ਪ੍ਰਭੂ ਦਾ ਕਲਾਮ ਦੱਸਦਾ ਹੈ ਕਿ ਸਾਡੀ ਚਿੰਤਾ ਪਰਮੇਸ਼ਵਰ ਕਰਦਾ ਹੈ। ਸਾਨੂੰ ਟੈਨਸ਼ਨ ਲੈਣ ਦੀ ਜ਼ਰੂਰਤ ਨਹੀਂ ਹੈ ਕਿ ਅਸੀਂ ਜਦੋਂ ਕੋਈ ਪ੍ਰੋਗਰਾਮ ਕੀਤਾ ਅਕਸਰ ਇਨਸਾਨ ਸੋਚਦੇ ਕੌਣ ਆਏਗਾ, ਕਿਹਨੂੰ ਮਿਲਾਂਗੇ, ਮੱਲੇ ਵਾਲੇ ਵੀ ਨਹੀਂ ਮਿਲਦੇ। ਅਕਸਰ ਜਿਹੜੇ ਵਿਸ਼ਵਾਸੀ ਹੁੰਦੇ ਆ ਸੰਸਾਰ ਉਹਨਾਂ ਨਾਲ ਨਫ਼ਰਤ ਹੀ ਕਰਦਾ ਹੈ, ਉਹਨਾਂ ਨਾਲ ਲੋਕ ਮਿਲਣਾ ਪਸੰਦ ਨਹੀਂ ਕਰਦੇ। ਮੂੰਹ ਤੋਂ ਤੁਹਾਨੂੰ ਚੰਗਾ ਦੱਸਣਗੇ ਕਿ ਨਹੀਂ ਅਸੀਂ ਤੁਹਾਡੇ ਨਾਲ ਆ, ਕੋਈ ਗੱਲ ਨਹੀਂ, ਪਰ ਅਸਲ ਚ ਉਹਨਾਂ ਦੇ ਹਿਰਦੇ ਦੇ ਅੰਦਰ ਹੁੰਦੀ ਈਰਸ਼ਾ ਹੀ ਆ। ਆਮੇਨ। ਉਹਨਾਂ ਦੇ ਅੰਦਰ ਹੁੰਦੀ ਅਸਲ ਚ ਗਲਤ ਭਾਵਨਾ ਹੀ ਤੁਹਾਡੇ ਪ੍ਰਤੀ। ਪਰ ਉਹ ਤੇ ਖੁਦਾ ਹੈ, ਪ੍ਰਭੂ ਹੈ ਜੋ ਤੁਹਾਨੂੰ ਉਸ ਇਨਸਾਨਾਂ ਦੇ ਵਿੱਚ ਵੀ ਜਿੱਤ ਬਖਸ਼ਦਾ ਹੈ। ਇਸ ਦੀ ਚਿੰਤਾ ਨਾ ਕਰੋ ਕਿ ਕੋਈ ਮੇਰੇ ਨਾਲ ਨਾ ਖੜਾ ਹੋਏਗਾ, ਮੇਰਾ ਕੀ ਬਣੇਗਾ, ਮੇਰੇ ਬੱਚਿਆਂ ਦੇ ਕੀ ਬਣੇਗਾ। ਨਾ ਸੋਚੋ, ਇਹਦੀ ਸੋਚੋ ਕਿ ਮੈਂ ਸਰਵ ਸ਼ਕਤੀਮਾਨ ਪਰਮੇਸ਼ਵਰ ਦਾ ਬੇਟਾ ਹਾਂ, ਮੈਂ ਯਿਸੂ ਦੀ ਬੇਟੀ ਹਾਂ। ਸਭ ਤੋਂ ਮਹੱਤਵਪੂਰਨ ਮੇਰੇ ਲਈ ਯਿਸੂ ਹੈ ਜਿਹੜਾ ਮੈਨੂੰ ਸਾਹ ਦੇ ਰਿਹਾ ਹੈ, ਜਿਹਨੇ ਮੈਨੂੰ ਜ਼ਿੰਦਗੀ ਦਿੱਤੀ ਹੈ, ਜਿਹਨੇ ਮੇਰੇ ਲਈ ਲਹੂ ਬਹਾਇਆ ਹੈ, ਜਿਹਨੇ ਮੈਨੂੰ ਸ਼ਿਫਾ ਦਿੱਤੀ ਹੈ, ਜਿਹਨੇ ਮੈਨੂੰ ਛੁਟਕਾਰਾ ਦਿੱਤਾ ਹੈ, ਜਿਹਨੇ ਮੇਰੇ ਤੇ ਆਪਣਾ ਵਚਨ ਖੋਲਿਆ ਹੈ। ਉਹ ਮੇਰੀਆਂ ਜ਼ਰੂਰਤਾਂ ਨੂੰ ਪੂਰਾ ਕਰੇਗਾ, ਉਹ ਮੇਰੇ ਨਾਲ ਖੜਾ ਹੋਵੇਗਾ। ਹਾਲੇਲੂਇਆ। ਆਓ ਸਭ ਅੱਖਾਂ ਨੂੰ ਬੰਦ ਕਰੀਏ ਔਰ ਸਿਰਾਂ ਨੂੰ ਪ੍ਰਭੂ ਯਿਸੂ ਦੇ ਹਜ਼ੂਰ ਵਿੱਚ ਝੁਕਾਉਂਦੇ ਹਾਂ। ਛੋਟੀ ਦੁਆ ਕਰਦੇ ਹਾਂ। ਮਹਾਨ ਸਰਵ ਸ਼ਕਤੀਮਾਨ ਪਿਤਾ ਪ੍ਰਭੂ ਜਿਉਂਦੇ परमेश्वर, मैं तेरी महिमा और तेरी वडियाई कर रहे हैं पिता। हालेलुया मेरे खुदा बाप, तेरी जयकार जलाली परमेश्वर, तेरे नाम दी महिमा, तेरे नाम दी वडियाई और तेरे नाम दी इज्जत है प्रभु। मैं तेरी पाक हजूरी बचा के स्वर्ग परमेश्वर प्रार्थना करदा तो अपने बेटियां और बेटियां दे जीवन में पिता जी बड़ी बरकत बड़ी आशीष दे। जिन्होंने तेरे कलाम ਨੂੰ सुनिया अपने जीवन च पहला स्थान प्रभु तेनों ही देन। और प्रभु तेरे बेटे होने की शर्त है कि प्रभु नवे सिरे तो दोबारा जन्म लिया जाए, अपना जीवन तेरे लिए समर्पण किया जाए। और प्रभु यीशु मसीह तू है जो सुभाव ਨੂੰ बदलदा है। प्रभु मैं दुआ करदा प्रभु इन जिन्होंने तेरे वचन सुने दे सुभाव चेंज होन, जीवन तब्दील होन। और प्रभु तेरा सुभाव इन्हां दे अंदर आवे, तेरा करैक्टर इन्हां दे अंदर आवे। और प्रभु ने जीवन च हर तरह दे परेशानी दूर कर दे, बीमारी दूर कर दे, टेंशन दूर कर दे। और प्रभु यीशु तू ही है साडा सहारा, तू ही है साडा समर्थी परमेश्वर। प्रभु तेरे वचन सानू दसदा है ना डर ते ना घबरा, मैं तेरा परमेश्वर जो हाँ। मेरे प्रभु जदों तू साडे नाल है सानू चिंता करन दी जरूरत नहीं है, सानू परेशान होने की जरूरत नहीं है। तू सर्व शक्तिमान परमेश्वर है। प्रभु तेरे नबी ने कहा कि वो प्रभु यीशु मसीह दा वचन जो कबूल करते हो तो तुसी कल्ले नहीं हो, सारा स्वर्ग तुहाडे नाल है, सारे ही दूत तुहाडे नाल है, सारे स्वर्ग दी शक्ति तुहाडे नाल है। तुसी कल्ले नहीं हो, तुसी सर्व शक्तिमान प्रभु दी कृपा दे थल्ले हो। ओ मेरे पिता प्रभु यीशु मसीह तो अपने बेटे और बेटे दे जरूरतां पूरा कर। और प्रभु इन्हें कारोबार ले रस्ते खोल, इन्हें बरकत दे, चंगियाई दे, अपनी आमद तैयार कर, सच्ची तौबा त्यान। और प्रभु अपने जीवन का सुधार करन तां जो तेरी आमद लई पिता तैयार हो सकन। ये प्रार्थना यीशु मसीह दे जीवित नाम दे विच मंगदे। आमीन आमीन।